ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਆਪਾਂ ਬਹੁਤ ਵੱਡੇ ਭਾਗਾਂ ਵਾਲੇ ਹਾਂ ਕਿ ਆਪਣਾ ਮਾਰਗਦਰਸ਼ਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਰ ਰਹੇ ਹਨ। ਵਾਹਿਗੁਰੂ ਜੀ, ਆਪਾਂ ਬਹੁਤ ਵੱਡੇ ਭਾਗਾਂ ਵਾਲੇ ਹਾਂ ਤੇ ਬਹੁਤ ਬਿਰਲਿਆਂ ਦੇ ਵਿੱਚ ਆਉਂਦੇ ਹਾਂ ਕਿ ਆਪਣੇ ਉਸ ਪਿਤਾ ਪਰਮਾਤਮਾ ਨੇ ਆਪਾਂ ਨੂੰ ਇਸ ਸੱਚੀ ਸੰਗਤ ਦੇ ਵਿੱਚ ਜੋੜ ਕੇ ਬਿਠਾਇਆ ਹੈ। ਵਾਹਿਗੁਰੂ ਜੀ, ਸੰਸਾਰ ਦੇ ਵਿੱਚ ਕਿੰਨੇ ਲੋਕੀ ਹਨ, ਕਿੰਨੀ ਦੁਨੀਆ ਵਸਦੀ ਹੈ, ਪਰ ਪਰਮਾਤਮਾ ਹਰ ਇੱਕ ਨੂੰ ਆਪਣੀ ਸੰਗਤ ਵਿੱਚ ਨਹੀਂ ਬਿਠਾਉਂਦੇ, ਆਪਣੀ ਸੰਗਤ ਨਹੀਂ ਬਖਸ਼ਦੇ। ਵਾਹਿਗੁਰੂ ਜੀ, ਸੰਗਤ ਸਿਰਫ ਉਹਨਾਂ ਨੂੰ ਬਖਸ਼ਦੇ ਹਨ, ਉਹਨਾਂ ਨੂੰ ਸੰਗਤ ਵਿੱਚ ਬਿਠਾਉਂਦੇ ਹਨ ਜੋ ਉਸ ਪਿਤਾ ਪਰਮਾਤਮਾ ਦੇ ਲਾਡਲੇ ਬੱਚੇ ਹੁੰਦੇ ਹਨ। ਵਾਹਿਗੁਰੂ ਜੀ, ਵਾਹਿਗੁਰੂ ਜੀ, ਉਹ ਪਿਤਾ ਪਰਮਾਤਮਾ ਕੋਈ ਨਾ ਕੋਈ ਇਹੋ ਜਿਹੀ ਵਿਧੀ ਜ਼ਰੂਰ ਬਣਾਉਂਦੇ ਹਨ ਕਿ ਮੇਰਾ ਬੱਚਾ ਜਿਹੜਾ ਇਹ ਭਟਕਿਆ ਫਿਰਦਾ ਹੈ, ਇਹ ਮੈਨੂੰ ਭੁੱਲਿਆ ਫਿਰਦਾ ਹੈ, ਕਿਸੇ ਨਾ ਕਿਸੇ ਗੁਰਮੁਖ ਦੇ ਥਰੂ ਆਪਾਂ ਨੂੰ ਇਸ ਸੰਗਤ ਦੇ ਵਿੱਚ ਬਿਠਾਉਂਦੇ ਹਨ। ਵਾਹਿਗੁਰੂ ਜੀ, ਜਦੋਂ ਵੀ ਸੰਗਤ ਹੁੰਦੀ ਹੈ ਤਾਂ ਜੋ ਗੁਰਮੁਖ ਇਕੱਠ ਕਥਾ ਕਰਦੇ ਹਨ ਉਹ ਆਪ ਨਹੀਂ ਬੋਲਦੇ, ਉਹਨਾਂ ਦੀ ਜ਼ੁਬਾਨ ਤੋਂ ਸਾਹਿਬ ਸ੍ਰੀ ਆਪਣੇ ਜੋ ਪਿਤਾ ਪਰਮਾਤਮਾ ਹਨ ਉਹ ਬੁਲਾਉਂਦੇ ਹਨ। ਵਾਹਿਗੁਰੂ ਜੀ, ਉਹਨਾਂ ਦੀ ਰਸਨਾ ਤੇ ਬੈਠ ਕੇ ਉਹ ਆਪ ਸ਼ਬਦ ਬੁਲਵਾਉਂਦੇ ਹਨ। ਆਪਣੀ ਜੋ ਸੰਗਤ ਆਪਾਂ ਕਰ ਰਹੇ ਹਾਂ ਇਹਦੇ ਵਿੱਚ ਸਾਡੇ ਪਿਤਾ ਪਰਮਾਤਮਾ ਆਪ ਮੌਜੂਦ ਹਨ। ਵਾਹਿਗੁਰੂ ਜੀ, ਸਾਡੇ ਪਿਤਾ ਪਰਮਾਤਮਾ ਇਸ ਸੰਗਤ ਦੇ ਵਿੱਚ ਖੁਦ ਮੌਜੂਦ ਹਨ। ਸੋ ਵਾਹਿਗੁਰੂ ਜੀ, ਆਪਾਂ ਆਪਣੇ ਪਿਤਾ ਪਰਮਾਤਮਾ ਤੋਂ ਜੋ ਸਵਾਸ ਲੈਤੇ ਹਨ, ਵਾਹਿਗੁਰੂ ਜੀ, ਉਹ ਆਪਾਂ ਉਹਨਾਂ ਨੂੰ ਵਾਪਸ ਮੋੜਨੇ ਨੇ, ਵਾਪਸ ਖਰੇ ਕਰਕੇ ਮੋੜਨੇ ਨੇ। ਵਾਹਿਗੁਰੂ ਜੀ, ਵਾਹਿਗੁਰੂ ਜੀ, ਆਪਾਂ ਇਹ ਭੁੱਲ ਜਾਂਦੇ ਹਾਂ ਕਿ ਜਿਹੜੇ ਸਾਡੇ ਸਵਾਸ ਹਨ ਇਹ ਉਧਾਰੇ ਹਨ। ਵਾਹਿਗੁਰੂ ਜੀ, ਆਪਾਂ ਨੇ ਤਾਂ ਦੁਨੀਆ ਦਾ ਧਨ ਕਮਾਉਣ ਵਾਸਤੇ ਇੰਨੇ ਖੰਭ ਖਿਲਾਰ ਰਹੇ ਹਨ, ਇਹ ਆਪਾਂ ਭੁੱਲ ਚੁੱਕੇ ਹਾਂ ਕਿ ਆਪਣਾ ਅਸਲੀ ਮਕਸਦ ਕੀ ਹੈ। ਆਪਣਾ ਅਸਲੀ ਮਕਸਦ ਆਪਣੇ ਪਿਤਾ ਪਰਮਾਤਮਾ ਨਾਲ ਮਿਲਾਪ ਕਰਨਾ ਹੈ। ਵਾਹਿਗੁਰੂ ਜੀ, ਆਪਾਂ 4 ਯੁੱਗਾਂ ਤੋਂ ਪਹਿਲਾਂ ਆਪਣੇ ਪਿਤਾ ਨੂੰ ਮਿਲੇ ਸੀ, ਜਦੋਂ ਉਹਨਾਂ ਨੇ ਆਪਾਂ ਨੂੰ ਭੇਜਿਆ ਸੀ ਭਗਤੀ ਕਰਨ, ਬੰਦਗੀ ਕਰਨ, ਪਰ ਆਪਾਂ ਇਹ ਮਾਇਆ ਦੇ ਮੋਹ ਵਿੱਚ ਫਸ ਚੁੱਕੇ, 84 ਲੱਖ ਜੂਨ ਵੀ ਕੱਟ ਲਈ, ਦੁਬਾਰਾ ਵੀ ਆਪਾਂ ਨੂੰ ਇਹ ਜੂਨੀ ਮਿਲ ਗਈ। ਪਰਮਾਤਮਾ ਨੇ ਆਪਾਂ ਨੂੰ ਮੌਕਾ ਦਿੱਤਾ ਹੈ ਆਪਣੇ ਨਾਲ ਮਿਲਾਪ ਕਰਨ ਦਾ, ਪਰ ਆਪਾਂ ਇਹ ਮੌਕਾ ਵੀ ਹੱਥੋਂ ਗਵਾ ਰਹੇ ਹਾਂ। ਵਾਹਿਗੁਰੂ ਜੀ, ਆਪਾਂ ਕਦੇ ਕਿਸੇ ਨਾਲ ਵੈਰ ਕਰਨ ਲੱਗ ਜਾਂਦੇ ਹਾਂ, ਕਦੇ ਵਿਰੋਧ ਕਰਨ ਲੱਗ ਜਾਂਦੇ ਹਾਂ। ਆਪਾਂ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਨਾ, ਇਹ ਆਪਣਾ ਮਕਸਦ ਨਹੀਂ। ਆਪਣਾ ਜੋ ਮੇਨ ਮਕਸਦ ਹੈ ਉਸ ਪਿਤਾ ਪਰਮਾਤਮਾ ਦੇ ਨਾਲ ਮਿਲਾਪ ਕਰਨਾ ਹੈ, ਉਸ ਪਿਤਾ ਪਰਮਾਤਮਾ ਦੇ ਪਿਆਰ ਵਿੱਚ ਪਾਗਲ ਹੋਣਾ। ਵਾਹਿਗੁਰੂ ਜੀ, ਆਪਾਂ ਨੇ ਇਸ ਤਰ੍ਹਾਂ ਦੇ ਪਾਗਲ ਹੋਣਾ ਹੈ ਕਿ ਸਾਡੇ ਪਿਤਾ ਪਰਮਾਤਮਾ ਤੋਂ ਬਿਨਾਂ ਸਾਨੂੰ ਹੋਰ ਕੁਝ ਵੀ ਨਜ਼ਰ ਨਾ ਆਵੇ। ਆਪਾਂ ਇਸ ਤਰ੍ਹਾਂ ਦੇ ਪਾਗਲ ਨਹੀਂ ਹੋਣਾ ਕਿ ਆਪਾਂ ਨੂੰ ਆਪਣੇ ਘਰ ਦਾ ਪਤਾ ਹੀ ਨਾ ਹੋਵੇ, ਆਪਣੇ ਪਿਤਾ ਦਾ ਪਤਾ ਹੀ ਨਾ ਹੋਵੇ, ਸਾਡੇ ਅਸਲੀ ਮਕਸਦ ਦਾ ਪਤਾ ਹੀ ਨਾ ਹੋਵੇ। ਇਸ ਤਰ੍ਹਾਂ ਦਾ ਪਾਗਲ ਨਹੀਂ ਬਣਨਾ, ਆਪਾਂ ਆਪਣੇ ਪਿਤਾ ਦੇ ਪਿਆਰ ਵਿੱਚ ਪਾਗਲ ਬਣਨਾ ਹੈ। ਵਾਹਿਗੁਰੂ ਜੀ, ਆਪਾਂ ਭੋਲਾਪਣ ਰੱਖਣਾ ਹੈ। ਜੋ ਭੋਲੇ ਲੋਕ ਹੁੰਦੇ ਹਨ ਨਾ, ਉਹਨਾਂ ਨੂੰ ਪਰਮਾਤਮਾ ਬਹੁਤ ਛੇਤੀ ਮਿਲ ਜਾਂਦੇ ਨੇ। ਚਾਤਰ ਚਲਾਕਾਂ ਨੂੰ ਤਾਂ ਵਾਹਿਗੁਰੂ ਵੀ ਨਹੀਂ ਬਖਸ਼ਦੇ। ਨਿਮਰਤਾ ਜਿੱਥੇ ਹੁੰਦੀ ਹੈ ਨਾ, ਉੱਥੇ ਸਾਡੇ ਪਿਤਾ ਪਰਮਾਤਮਾ ਵਸਦੇ ਨੇ। ਵਾਹਿਗੁਰੂ ਜੀ, ਉਹ ਸਾਨੂੰ ਮਿਲਦੇ ਨੇ। ਜਿਵੇਂ ਕਿ ਭਗਤ ਧੰਨਾ ਜੀ ਬਿਲਕੁਲ ਭੋਲੇ ਸੀ ਨਾ, ਉਹਨਾਂ ਨੂੰ ਪਿਤਾ ਪਰਮਾਤਮਾ ਮਿਲ ਗਏ ਸੀ। ਵਾਹਿਗੁਰੂ ਜੀ, ਆਪਾਂ ਉਸੇ ਤਰ੍ਹਾਂ ਬਿਲਕੁਲ ਭੋਲੇ ਬਣਨਾ, ਚਤਰਾਈਆਂ ਨਹੀਂ ਕਰਨੀਆਂ। ਚਤਰਾਈਆਂ ਨਾਲ ਜੋ ਸਾਡੇ ਪਿਤਾ ਪਰਮਾਤਮਾ ਹਨ ਵਾਹਿਗੁਰੂ ਜੀ, ਉਹ ਨਹੀਂ ਮਿਲਦੇ। ਸਾਡੇ ਪਿਤਾ ਪਰਮਾਤਮਾ ਪਿਆਰ ਦੇ ਭੁੱਖੇ ਹਨ,
ਉਹ ਆਪਾਂ ਨੂੰ ਦਿਨ ਰਾਤ ਆਵਾਜ਼ਾਂ ਮਾਰਦੇ ਹਨ ਕਿ ਮੇਰਾ ਬੱਚਾ ਕਦੋਂ ਮੇਰੀ ਗੱਲ ਸੁਣੋ, ਕਦੋਂ ਮੇਰੀ ਪੁਕਾਰ ਸੁਣੋ। ਪਰ ਆਪਾਂ ਮਾਇਆ ਦੇ ਮੋਹ ਵਿੱਚ ਇੰਨੇ ਫਸ ਚੁੱਕੇ ਹਾਂ ਕਿ ਆਪਾਂ ਸਾਡੇ ਪਿਤਾ ਦੀ ਆਵਾਜ਼ ਨੂੰ ਸੁਣਦੇ ਨਹੀਂ। ਜੇ ਕਦੇ ਸੁਣਦੇ ਵੀ ਹਾਂ ਤਾਂ ਪਹਿਚਾਣਦੇ ਨਹੀਂ ਕਿ ਇਹ ਸਾਡੇ ਪਿਤਾ ਦੀ ਆਵਾਜ਼ ਹੈ। ਸੋ ਵਾਹਿਗੁਰੂ ਜੀ, ਆਪਾਂ ਨੇ ਵੱਧ ਤੋਂ ਵੱਧ ਗੁਰਮੰਤਰ ਦ੍ਰਿੜ ਕਰਨਾ ਹੈ ਤਾਂ ਕਿ ਅਸੀਂ ਆਪਣੇ ਪਿਤਾ ਦੀ ਆਵਾਜ਼ ਨੂੰ ਪਹਿਚਾਣ ਸਕੀਏ, ਉਹਨਾਂ ਦਾ ਦੀਦਾਰ ਕਰ ਸਕੀਏ। ਵਾਹਿਗੁਰੂ ਜੀ, ਜਦੋਂ ਸਾਡੇ ਪਿਤਾ ਪਰਮਾਤਮਾ ਆਵਾਜ਼ ਦਿੰਦੇ ਹਨ ਤਾਂ ਐਵੇਂ ਲੱਗਦਾ ਹੈ ਕਿ ਬੈਠ ਕੇ ਬਸ ਸੁਣੀ ਚੱਲੀਏ, ਸੁਣੀ ਚੱਲੀਏ। ਜਦੋਂ ਦਰਸ਼ਨ ਦਿੰਦੇ ਹਨ ਵਾਹਿਗੁਰੂ ਜੀ ਤਾਂ ਇਹ ਹੁੰਦਾ ਹੈ ਕਿ ਦਰਸ਼ਨ ਕਰੀ ਚੱਲੀਏ। ਇੰਨਾ ਆਨੰਦ ਆਉਂਦਾ ਹੈ ਉਸ ਪਿਤਾ ਪਰਮਾਤਮਾ ਦੇ ਦਰਸ਼ਨ ਕਰਕੇ, ਤੇ ਮਨ ਦੇ ਵਿੱਚ ਇਹ ਵੀ ਮਹਿਸੂਸ ਹੁੰਦਾ ਹੈ ਕਿ ਸਾਡਾ ਕੋਈ ਵਾਲੀ ਵਾਰਸ ਹੈ, ਅਸੀਂ ਅਨਾਥ ਨਹੀਂ ਹੈਗੇ। ਵਾਹਿਗੁਰੂ ਜੀ, ਹੁਣ ਇੰਝ ਮਹਿਸੂਸ ਹੁੰਦਾ ਹੈ ਕਿ ਜੋ ਪਹਿਲਾਂ ਆਪਾਂ ਨੇ ਇੰਨੇ ਸਾਲ ਜ਼ਿੰਦਗੀ ਦੇ ਖਰਾਬ ਕਰਤੇ, ਉਦੋਂ ਆਪਣਾ ਕੋਈ ਵਾਲੀ ਵਾਰਸ ਨਹੀਂ ਸੀਗਾ, ਆਪਾਂ ਅਨਾਥ ਤੇ। ਹੁਣ ਮਹਿਸੂਸ ਹੁੰਦਾ ਕਿ ਹਾਂ, ਸਾਡੇ ਪਿਤਾ ਜੀ ਹੈਗੇ ਸਾਡੇ ਨਾਲ। ਵਾਹਿਗੁਰੂ ਜੀ, ਆਪਾਂ ਸੰਗਤ ਦੇ ਵਿੱਚ ਸਾਰੇ ਭੈਣ ਭਰਾ ਹਾਂ। ਵਾਹਿਗੁਰੂ ਜੀ, ਆਪਾਂ ਕੁਛ ਲੋਕ ਦੇਵਲੋਕ ਦੇ ਵਾਸੀ, ਕੁਛ ਆਕਾਸ਼ ਦੇ ਤੇ ਕੁਛ ਭੂਲੋਕ ਦੇ ਵਾਸੀ ਹਾਂ। ਵਾਹਿਗੁਰੂ ਜੀ, ਪਤਾਲ ਲੋਕ ਦੇ ਵਾਸੀ ਜੋ ਹੁੰਦੇ ਹਨ ਵਾਹਿਗੁਰੂ ਜੀ, ਉਹ ਇਸ ਸੰਗਤ ਦੇ ਵਿੱਚ ਨਹੀਂ ਟਿਕ ਸਕਦੇ ਕਿਉਂਕਿ ਉਹਨਾਂ ਦਾ ਮਨ ਇਸ ਸੰਗਤ ਦੇ ਵਿੱਚ ਨਹੀਂ ਲੱਗਦਾ। ਆਪਾਂ 4 ਲੋਕਾਂ ਦੇ ਵਾਸੀ ਹਾਂ, ਸਿਰਫ 3 ਲੋਕਾਂ ਦੇ ਵਾਸੀ ਇਸ ਸੰਗਤ ਵਿੱਚ ਬੈਠਦੇ ਹਨ। ਵਾਹਿਗੁਰੂ ਜੀ, ਆਪਾਂ ਕਿਸੇ ਨਾਲ ਬੈਰ ਵਿਰੋਧ ਨਹੀਂ ਕਰਨਾ। ਆਪਾਂ ਉਸ ਪਿਤਾ ਦੇ ਪਿਆਰ 'ਚ ਪਾਗਲ ਰਹਿਣਾ ਹੈ, ਮਸਤ ਰਹਿਣਾ ਹੈ ਬਿਲਕੁਲ। ਜਿੱਥੇ ਈਰਖਾ ਹੁੰਦੀ ਹੈ, ਬੈਰ ਵਿਰੋਧ ਹੁੰਦਾ ਹੈ, ਉੱਥੇ ਜੋ ਆਤਮਾ ਹੈ ਨਾ ਵਾਹਿਗੁਰੂ ਜੀ, ਆਤਮਾ ਮਰ ਜਾਂਦੀ ਹੈ। ਵਾਹਿਗੁਰੂ ਜੀ, ਆਪਾਂ ਕਿਸੇ ਦਾ ਮਨ ਦੁਖੀ ਨਹੀਂ ਕਰਨਾ ਕਿਉਂਕਿ ਜੇ ਆਪਾਂ ਕਿਸੇ ਦਾ ਮਨ ਦੁਖੀ ਕਰਾਂਗੇ, ਉਹ ਵੀ ਸਾਡੇ ਪਿਤਾ ਪਰਮਾਤਮਾ ਦਾ ਇੱਕ ਅੰਸ਼ ਹੈ। ਆਪਾਂ ਇਹ ਸੋਚਣਾ ਹੈ ਕਿ ਆਪਾਂ ਕਿਸੇ ਨੂੰ ਦੁੱਖ ਨਹੀਂ ਦੇਣਾ ਕਿਉਂਕਿ ਉਸਦੇ ਵਿੱਚ ਵੀ ਪਰਮਾਤਮਾ ਦਾ ਵਾਸਾ ਹੈ। ਆਪਾਂ ਆਪਣੇ ਪਿਤਾ ਨੂੰ ਕੋਈ ਦੁੱਖ ਨਹੀਂ ਦੇਣਾ। ਵਾਹਿਗੁਰੂ ਜੀ, ਵਾਹਿਗੁਰੂ ਜੀ, ਆਪਾਂ ਨੇ ਸਤੋ ਗੁਣ, ਤਮੋ ਗੁਣ, ਰੋਜੋ ਗੁਣ ਸਾਰੀਆਂ ਹੱਟਾਂ ਤੇ ਜਾਣਾ ਹੈ। ਆਪਣੀ ਮਜਬੂਰੀ ਹੈ, ਉਹਨਾਂ ਹੱਟਾਂ ਤੇ ਜਾ ਕੇ ਆਪਣਾ ਕੰਮ ਕਰਕੇ ਆਪਾਂ ਉਹਨੂੰ ਉੱਥੇ ਛੱਡ ਦੇਣਾ, ਉਹਨੂੰ ਮਨ ਦੇ ਵਿੱਚ ਬਿਠਾਉਣਾ ਨਹੀਂ। ਜੇਕਰ ਆਪਾਂ ਉਹਨਾਂ ਗੱਲਾਂ ਨੂੰ ਮਨ ਦੇ ਵਿੱਚ ਬਿਠਾਵਾਂਗੇ ਨਾ ਵਾਹਿਗੁਰੂ ਜੀ, ਤਾਂ ਆਪਾਂ ਉਸ ਪਿਤਾ ਪਰਮਾਤਮਾ ਨਾਲ ਮਿਲਾਪ ਨਹੀਂ ਕਰ ਸਕਦੇ ਕਿਉਂਕਿ ਜਦੋਂ ਆਪਾਂ ਸਿਮਰਨ ਕਰਨ ਬੈਠਾਂਗੇ ਤਾਂ ਉਹ ਵਿਚਾਰ ਨੇ, ਜਿਹੜੇ ਵਿਚਾਰ ਨੇ ਉਹ ਆਪਣੇ ਮਨ ਦੇ ਵਿੱਚ ਚੱਲੀ ਜਾਂਦੇ ਨੇ। ਤਾਂ ਅਸੀਂ ਜੋ ਗੁਰਮੰਤਰ ਕਰਦੇ ਹਾਂ ਸਿਰਫ ਰਸਨਾ ਤੋਂ ਬੋਲਦੇ ਹਾਂ, ਪਰ ਵਾਹਿਗੁਰੂ ਜੀ ਆਪਣਾ ਜੋ ਮਨ ਹੈ ਉਹ ਫੁਰਨਿਆਂ ਦੇ ਵਿੱਚ ਹੈ, ਭਵ ਸਾਗਰ ਦੇ ਵਿੱਚ ਹੈ। ਜੋ ਫੁਰਨੇ ਹਨ ਇਹ ਭਵ ਸਾਗਰ ਹਨ। ਵਾਹਿਗੁਰੂ ਜੀ, ਆਪਾਂ ਇਹਦੇ ਵਿੱਚ ਫਸ ਚੁੱਕੇ ਹਾਂ। ਆਪਾਂ ਨੇ ਫੁਰਨਿਆਂ ਨੂੰ ਮਾਰਨਾ ਹੈ, ਉਸ ਕਾਲ ਦੇ ਜਾਲ ਨੂੰ ਕੱਟਣਾ ਹੈ। ਵਾਹਿਗੁਰੂ ਜੀ, ਆਪਾਂ ਨੇ ਕਾਲ ਦੇ ਜਾਲ ਨੂੰ ਗੁਰਮੰਤਰ ਦ੍ਰਿੜ ਕਰਕੇ, ਗੁਰਮੰਤਰ ਦੇ ਦੁਆਰਾ ਉਸਨੂੰ ਕੱਟਣਾ ਹੈ। ਵਾਹਿਗੁਰੂ ਜੀ, ਵਾਹਿਗੁਰੂ ਜੀ, ਆਪਾਂ 2 ਰਸਤੇ 'ਚ ਚੱਲਦੇ ਹਾਂ, ਲਿਵ ਔਰ ਧਾਤ। ਵਾਹਿਗੁਰੂ ਜੀ, ਆਪਾਂ ਧਾਤ ਦੇ ਰਸਤੇ ਤੇ ਬਹੁਤ ਜ਼ਿਆਦਾ ਚੱਲਦੇ ਹਾਂ, ਪਰ ਲਿਵ ਦੇ ਰਸਤੇ ਤੇ ਆਪਾਂ ਨਹੀਂ ਚੱਲਦੇ। ਵਾਹਿਗੁਰੂ ਜੀ, ਜਿਹੜਾ ਕਿ ਸਾਡਾ ਮੇਨ ਮਕਸਦ ਹੈ। ਵਾਹਿਗੁਰੂ ਜੀ,
ਆਪਾਂ ਲਿਵਦੇ ਰਸਤੇ ਤੇ ਹੀ ਚੱਲਣਾ ਹੈ ਵਾਹਿਗੁਰੂ ਜੀ। ਆਪਣੇ ਸਰੀਰ ਦੇ ਵਿੱਚ ਵਾਹਿਗੁਰੂ ਜੀ ਜਿਹੜੇ 9 ਦਰਵਾਜ਼ੇ ਹਨ, ਉਹਨਾਂ ਨੂੰ ਆਪਾਂ ਬੰਦ ਕਰਨਾ ਹੈ। 10ਵੇਂ ਘਰ ਦੇ ਵਿੱਚ ਜਾ ਕੇ ਆਪਾਂ ਆਸਣ ਲਾਉਣਾ ਹੈ, ਡੇਰਾ ਲਾਉਣਾ ਹੈ, ਕਿਉਂਕਿ 10ਵੇਂ ਘਰ ਦੇ ਵਿੱਚ ਹੀ ਸਾਡੇ ਪਿਤਾ ਪਰਮਾਤਮਾ ਵਸਦੇ ਹਨ। ਜੇਕਰ ਆਪਾਂ 9 ਦਰਵਾਜ਼ੇ ਬੰਦ ਨਹੀਂ ਕਰਾਂਗੇ ਤਾਂ ਸਾਡਾ ਪਿਤਾ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਹੋਵੇਗਾ ਵਾਹਿਗੁਰੂ ਜੀ। ਇਸ ਕਰਕੇ ਆਪਾਂ ਸਾਰੇ ਕੰਮ ਸੰਕੋਚ ਕੇ ਜਦੋਂ ਵੀ ਬੈਠਣਾ ਹੈ, ਬਿਲਕੁਲ ਮਨ ਫ੍ਰੀ ਕਰਕੇ, ਦਿਮਾਗ ਦੇ ਵਿੱਚ ਕੋਈ ਗੱਲ ਨਹੀਂ ਰੱਖਣੀ, ਤਾਂ ਹੀ ਆਪਾਂ ਪਿਤਾ ਪਰਮਾਤਮਾ ਦੇ ਨਾਲ ਮਿਲਾਪ ਕਰ ਸਕਾਂਗੇ ਵਾਹਿਗੁਰੂ ਜੀ। ਜੇਕਰ ਆਪਣੇ ਦਿਮਾਗ ਦੇ ਵਿੱਚ ਇੰਨਾ ਕੂੜਾ ਭਰਿਆ ਹੋਊਗਾ ਤਾਂ ਫਿਰ ਉਹ ਗੱਲ ਨਹੀਂ ਬਣਦੀ। ਬਿਲਕੁਲ ਸਾਫ਼ ਭਾਂਡਾ ਰੱਖਣਾ ਹੈ, ਮਨ ਹੈ ਜਿਹੜਾ ਬਿਲਕੁਲ ਸਾਫ਼ ਰੱਖਣਾ ਹੈ। ਜੋ ਵਾਹਿਗੁਰੂ ਜੀ ਮਨ ਪਹਿਲਾਂ ਜੇ ਭਰਿਆ ਹੋਊਗਾ ਤਾਂ ਉਹਦੇ ਵਿੱਚ ਆਪਾਂ ਹੋਰ ਗਿਆਨ ਕਿੱਥੋਂ ਪਾਵਾਂਗੇ। ਜੋ ਮਨ ਰੂਪੀ ਭਾਂਡਾ ਹੈ, ਸੰਗਤ ਦੇ ਵਿੱਚ ਵੀ ਜਦੋਂ ਆਪਾਂ ਬੈਠਦੇ ਹਾਂ ਨਾ, ਤਾਂ ਮਨ ਰੂਪੀ ਭਾਂਡਾ ਬਿਲਕੁਲ ਖਾਲੀ ਕਰਕੇ ਬੈਠੋ, ਤਾਂ ਕਿ ਆਪਾਂ ਕੁਛ ਹੋਰ ਸਿੱਖੀਏ, ਹੋਰ ਗਿਆਨ ਪ੍ਰਾਪਤ ਕਰੀਏ। ਵਾਹਿਗੁਰੂ ਜੀ ਬੇਸ਼ੱਕ ਆਪਾਂ ਨੂੰ ਪਹਿਲਾਂ ਸਾਰਾ ਕੁਛ ਪਤਾ ਹੁੰਦਾ ਹੈ, ਇਹਨਾਂ ਸਾਰੀਆਂ ਗੱਲਾਂ ਦਾ ਗਿਆਨ ਹੁੰਦਾ ਹੈ, ਪਰ ਵਾਹਿਗੁਰੂ ਜੀ ਆਪਾਂ ਨਰਸਰੀ ਵਾਲੇ ਬੱਚੇ ਹਾਂ, ਆਪਾਂ ਨੂੰ ਦੁਬਾਰਾ ਉਹੀ ਗੱਲਾਂ ਰਿਪੀਟ ਕਰਨੀਆਂ ਪੈਂਦੀਆਂ ਨੇ ਯਾਦ ਰੱਖਣ ਦੇ ਲਈ। ਵਾਹਿਗੁਰੂ ਜੀ ਜੋ ਆਪਣਾ ਮਨ ਹੈ ਨਾ ਵਾਹਿਗੁਰੂ ਜੀ, ਇਹ ਨਰਸਰੀ ਵਾਲੇ ਬੱਚੇ ਦੀ ਤਰ੍ਹਾਂ ਹੈ, ਇਹ ਗੱਲ ਮੰਨਦਾ ਹੀ ਨਹੀਂ, ਇਹ ਪੁੱਠੇ ਪਾਸੇ ਜਾਊ ਜਦੋਂ ਜਾਊ। ਆਪਾਂ ਵਾਹਿਗੁਰੂ ਜੀ ਇਹਨੂੰ ਘੇਰ ਕੇ ਲਿਆਉਣਾ ਹੈ, ਘੇਰ ਕੇ ਉਸ ਪਿਤਾ ਦੀ ਸੰਗਤ ਦੇ ਵਿੱਚ ਬਿਠਾਉਣਾ ਹੈ, ਗੁਰਮੰਤਰ ਦ੍ਰਿੜ ਕਰਨ ਦੇ ਲਈ ਬਿਠਾਉਣਾ ਹੈ। ਵਾਹਿਗੁਰੂ ਜੀ ਜੇਕਰ ਆਪਾਂ ਇੱਕਦਮ ਆਪਣੇ ਮਨ ਨੂੰ ਬਿਠਾਵਾਂਗੇ ਤਾਂ ਉਹ ਨਹੀਂ ਬੈਠੇਗਾ। ਆਪਾਂ ਉਹਦੇ ਨਾਲ ਜ਼ਬਰਦਸਤੀ ਕਰਨੀ ਹੈ ਕਿ ਨਹੀਂ ਇਹ ਕੰਮ ਤੈਨੂੰ ਕਰਨਾ ਪੈਣਾ ਹੈ। ਵਾਹਿਗੁਰੂ ਜੀ ਉਹ 2-4 ਦਿਨ ਮਨ ਨਹੀਂ ਲੱਗੇਗਾ, ਪਰ ਜਦੋਂ ਫਿਰ ਉਸਨੂੰ ਆਦਤ ਬਣ ਜਾਏਗੀ, ਫਿਰ ਮਨ ਨੂੰ ਲੱਗੇਗਾ ਕਿ ਮੈਨੂੰ ਭੱਜਣ ਦੇ ਲਈ ਕੋਈ ਰਸਤਾ ਨਹੀਂ, ਇਹ ਤਾਂ ਮੈਨੂੰ ਕੰਮ ਕਰਨਾ ਪੈਣਾ ਹੈ। ਵਾਹਿਗੁਰੂ ਜੀ ਜਦੋਂ ਗੁਰਮੰਤਰ ਦ੍ਰਿੜ ਕਰੀ ਜਾਵਾਂਗੇ ਤਾਂ ਵਾਹਿਗੁਰੂ ਜੀ ਮਨ ਦਾ ਆਪ ਹੀ ਆਨੰਦ ਵੱਜਣ ਲੱਗ ਜਾਣਾ ਹੈ, ਤਾਂ ਸਾਨੂੰ ਬਹੁਤ ਪਿਆਰ ਆਉਣ ਲੱਗ ਜਾਣਾ ਹੈ ਕਿ ਆਪਾਂ ਬੈਠੀਏ ਉਸ ਪਿਤਾ ਪਰਮਾਤਮਾ ਦੀ ਯਾਦ ਵਿੱਚ ਬੈਠੀਏ। ਵਾਹਿਗੁਰੂ ਜੀ ਆਪਾਂ ਕੰਮਾਂ ਕਾਰਾਂ ਦੀ ਕੋਈ ਫਿਕਰ ਨਹੀਂ ਕਰਨੀ, ਕਿਉਂਕਿ ਜੋ ਸਾਡੇ ਪਿਤਾ ਪਰਮਾਤਮਾ ਹਨ ਉਹ ਸਾਰੇ ਕਾਰਜ ਆਪ ਹੀ ਸਵਾਰ ਦਿੰਦੇ ਹਨ। ਵਾਹਿਗੁਰੂ ਜੀ ਪਰਮਾਤਮਾ ਤਾਂ ਕਹਿੰਦੇ ਹਨ, ਥਿਰ ਕਰ ਬੈਠੋ ਹਰਿ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਉਹ ਆਪਣੇ ਕਾਜ ਆਪ ਹੀ ਸਵਾਰ ਦਿੰਦੇ ਹਨ। ਵਾਹਿਗੁਰੂ ਜੇਕਰ ਵਾਹਿਗੁਰੂ ਜੀ ਆਪਾਂ ਨਹੀਂ ਵੀ ਬੈਠਦੇ ਤਾਂ ਵੀ ਆਪਣੇ ਹੱਥ ਦੇ ਵਿੱਚ ਤਾਂ ਕੁਛ ਵੀ ਨਹੀਂ, ਇਹ ਸਭ ਕੁਝ ਉਸ ਪਰਮਾਤਮਾ ਦੇ ਹੱਥ ਵਿੱਚ ਹੈ, ਉਸ ਵਾਹਿਗੁਰੂ ਜੀ ਦੇ ਹੁਕਮ ਵਿੱਚ ਚੱਲ ਰਿਹਾ ਹੈ। ਜੋ ਇਹ ਸਾਰੀ ਸ੍ਰਿਸ਼ਟੀ ਹੈ, ਜੀਵ ਜੰਤ ਜੋ ਵੀ ਹਨ ਵਾਹਿਗੁਰੂ ਜੀ, ਇਹ ਉਸ ਪਿਤਾ ਪਰਮਾਤਮਾ ਦੇ ਕਹਿਣੇ ਵਿੱਚ ਹਨ, ਉਸ ਦੀ ਰਜ਼ਾ ਦੇ ਅਨੁਸਾਰ ਚੱਲਦੇ ਹਨ। ਆਪਣੇ ਸਾਰਿਆਂ ਦੀ ਜ਼ਿੰਦਗੀ ਉਸ ਪਿਤਾ ਪਰਮਾਤਮਾ ਦੇ ਹੱਥ ਵਿੱਚ ਹੈ, ਸਾਰੀ ਡੋਰ ਉਸ ਪਿਤਾ ਪਰਮਾਤਮਾ ਦੇ ਹੱਥ ਵਿੱਚ ਹੈ। ਵਾਹਿਗੁਰੂ ਜੀ ਵਾਹਿਗੁਰੂ ਜੀ ਇਹ ਆਪਣਾ ਜੋ ਜਨਮ ਹੈ, ਮਨੁੱਖਾ ਜਨਮ, ਇਹ ਹੀਰਿਆਂ ਵਰਗਾ ਹੈ। ਵਾਹਿਗੁਰੂ ਜੀ ਆਪਾਂ ਇਸ ਦੀ ਕਦਰ ਕਰਨੀ ਹੈ, ਹਰ ਇੱਕ ਸਵਾਸ ਅਨਮੋਲ ਦਾਤ ਹੈ, ਹਰ ਇੱਕ ਸਵਾਸ ਤੇ ਉਸ ਪਿਤਾ ਪਰਮਾਤਮਾ ਦੇ ਨਾਮ ਦੀ ਮੋਹਰ ਲਾਣੀ ਹੈ ਆਪਾਂ ਨੇ। ਵਾਹਿਗੁਰੂ ਜੀ ਜ਼ਰੂਰੀ ਨਹੀਂ ਕਿ ਆਪਾਂ ਸਾਰਾ ਦਿਨ ਬੈਠ ਕੇ ਹੀ ਗੁਰਮੰਤਰ ਦ੍ਰਿੜ ਕਰਨਾ ਹੈ, ਆਪਾਂ ਨੂੰ ਘਰ ਦੇ ਜੋ ਜ਼ਿੰਮੇਵਾਰੀਆਂ ਹਨ ਉਹ ਵੀ ਨਿਭਾਉਣੀਆਂ ਪੈਂਦੀਆਂ ਹਨ। ਵਾਹਿਗੁਰੂ ਜੀ ਆਪਾਂ ਤੁਰਦੇ ਫਿਰਦੇ ਹਰ ਟਾਈਮ ਉਸ ਪਿਤਾ ਪਰਮਾਤਮਾ ਨੂੰ ਯਾਦ ਰੱਖਣਾ ਹੈ, ਪਿਆਰ ਕਰਨਾ ਉਸ ਪਿਤਾ ਦੇ ਨਾਲ। ਆਪਾਂ ਨੇ ਆਪਣੀ ਜੋ ਨੀਅਤ ਹੈ ਨਾ ਵਾਹਿਗੁਰੂ ਜੀ, ਉਹ ਬਿਲਕੁਲ ਸਾਫ਼ ਰੱਖਣੀ ਹੈ, ਪਵਿੱਤਰ ਰੱਖਣੀ ਹੈ, ਤਾਂ ਹੀ ਤਾਂ ਸਾਨੂੰ ਪਿਤਾ ਪਰਮਾਤਮਾ ਮਿਲਣਗੇ। ਵਾਹਿਗੁਰੂ ਜੀ ਜੇਕਰ ਕੋਈ ਦੁੱਖ ਆਉਂਦਾ ਹੈ ਤਾਂ ਆਪਾਂ ਘਬਰਾਉਣਾ ਨਹੀਂ,
ਕਿਉਂਕਿ ਦੁੱਖ ਤੇ ਸੁੱਖ ਜ਼ਿੰਦਗੀ ਦੇ ਦੋ ਪਹਿਲੂ ਹਨ ਵਾਹਿਗੁਰੂ ਜੀ। ਇਹ ਤਾਂ ਆਉਂਦੇ ਹੀ ਰਹਿੰਦੇ ਹਨ। ਇਹ ਮਨੁੱਖ ਲਈ ਹੀ ਬਣੇ ਹਨ ਵਾਹਿਗੁਰੂ ਜੀ, ਦੁੱਖ ਔਰ ਸੁੱਖ। ਦੁੱਖ ਸੁੱਖ ਦੋਏ ਦਰ ਕੱਪੜੇ, ਪਹਿਨੇ ਜਾਏ ਮਨੁੱਖ। ਮਨੁੱਖ ਨੇ ਹੀ ਪਹਿਨਣੇ ਹਨ ਵਾਹਿਗੁਰੂ ਜੀ। ਇਹ ਨਹੀਂ ਕਿ ਜੇ ਆਪਣੇ ਤੇ ਕੋਈ ਦੁੱਖ ਆ ਗਿਆ ਤਾਂ ਆਪਾਂ ਆਪਣੇ ਵਾਹਿਗੁਰੂ ਜੀ ਨੂੰ ਭੁਲਾ ਦਾਂਗੇ, ਆਪਣੇ ਪਿਤਾ ਨੂੰ ਭੁਲਾ ਦਾਂਗੇ। ਨਹੀਂ ਵਾਹਿਗੁਰੂ ਜੀ, ਸਗੋਂ ਦੁੱਖ ਵਿੱਚ ਤਾਂ ਆਪਾਂ ਉਸ ਪ੍ਰਮਾਤਮਾ ਨੂੰ ਜ਼ਿਆਦਾ ਯਾਦ ਕਰਨਾ ਹੈ ਤੇ ਨਾ ਹੀ ਸੁੱਖ ਵਿੱਚ ਭੁਲਾਉਣਾ ਹੈ। ਕਿਉਂਕਿ ਆਪਾਂ ਨੇ ਤਾਂ ਅੱਛੇ ਬੱਚੇ ਬਣਨਾ ਹੈ ਨਾ। ਦੁੱਖ ਸੁੱਖ ਦੋਨਾਂ ਦੇ ਵਿੱਚ ਉਸ ਪਿਤਾ ਪ੍ਰਮਾਤਮਾ ਦੇ ਨਾਮ ਨੂੰ ਧਿਆਉਣਾ ਹੈ। ਉਸ ਪਿਤਾ ਪ੍ਰਮਾਤਮਾ ਦੇ ਨਾਲ ਆਪਾਂ ਪ੍ਰੀਤਾਂ ਪਾਉਣੀਆਂ ਨੇ ਵਾਹਿਗੁਰੂ ਜੀ। ਆਪਾਂ ਕਿਸੇ ਨਾਲ ਬੁਰਾਈ ਨਹੀਂ ਕਰਨੀ, ਕਿਸੇ ਨਾਲ ਗੁੱਸਾ ਨਹੀਂ ਕਰਨਾ ਵਾਹਿਗੁਰੂ ਜੀ। ਜੇਕਰ ਆਪਾਂ ਕਿਸੇ ਦਾ ਬੁਰਾ ਕਰਾਂਗੇ, ਗੁੱਸਾ ਕਰਾਂਗੇ ਤਾਂ ਆਪਣੇ ਸਰੀਰ ਨੂੰ ਬਹੁਤ ਰੋਗ ਲੱਗ ਜਾਣਗੇ ਵਾਹਿਗੁਰੂ ਜੀ। ਜੇ ਆਪਾਂ ਗੁੱਸਾ ਨਹੀਂ ਕਰਾਂਗੇ ਤਾਂ ਆਪਣੇ ਸਰੀਰ ਨੂੰ ਕੋਈ ਰੋਗ ਨਹੀਂ ਲੱਗੇਗਾ। ਸਾਰੇ ਚੰਗੇ ਗੁਣ ਸਾਨੂੰ ਪ੍ਰਾਪਤ ਹੋ ਜਾਣਗੇ। ਉਸ ਪਿਤਾ ਪ੍ਰਮਾਤਮਾ ਦਾ ਪਿਆਰ ਪ੍ਰਾਪਤ ਹੋ ਜਾਊਗਾ ਵਾਹਿਗੁਰੂ ਜੀ। ਜੀ ਫਰਮਾਉਂਦੇ ਹਨ, ਬੁਰੇ ਕਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਆਪਾਂ ਨੂੰ ਸਾਰਾ ਕੁਛ ਮਿਲ ਜਾਣਾ ਵਾਹਿਗੁਰੂ ਜੀ। ਵਾਹਿਗੁਰੂ ਜੀ, ਆਪਾਂ ਦ੍ਰਿਸ਼ਟਮਾਨ ਦੇ ਵਿੱਚ ਕਹਿ ਦਿੰਦੇ ਹਾਂ ਨਾ ਕਿ ਖਾ ਲੋ, ਪੀ ਲੋ, ਹੰਢਾ ਲੋ, ਅੱਗਾ ਕਿਹਨੇ ਦੇਖਿਆ? ਵਾਹਿਗੁਰੂ ਜੀ, ਅੱਗਾ ਆਪਾਂ ਦੇਖਣਾ। ਜਦੋਂ ਆਪਣੀ ਮੌਤ ਹੋ ਜੂਗੀ ਤਾਂ ਗੁਆਂਢੀਆਂ ਨੇ ਅੱਗਾ ਨਹੀਂ ਦੇਖਣਾ, ਅੱਗਾ ਆਪਾਂ ਦੇਖਣਾ ਹੈ ਜਦੋਂ ਡੰਡੇ ਪੈਂਦੇ ਆ ਜਮਾਂ ਦੇ। ਵਾਹਿਗੁਰੂ ਜੀ, ਅੱਗਾ ਆਪਾਂ ਨੂੰ ਦੇਖਣਾ ਪੈਣਾ ਹੈ। ਸੋ ਆਪਾਂ ਮਰਨ ਤੋਂ ਨਹੀਂ ਡਰਨਾ। ਜੇਕਰ ਆਪਾਂ ਉਸ ਪਿਤਾ ਪ੍ਰਮਾਤਮਾ ਦੇ ਨਾਲ ਆਪਣਾ ਇੰਨਾ ਪਿਆਰ ਹੋਊਗਾ, ਆਪਣਾ ਉਸ ਪਿਤਾ ਪ੍ਰਮਾਤਮਾ ਦੇ ਨਾਲ ਇੰਨੀਆਂ ਗੂੜੀਆਂ ਪ੍ਰੀਤਾਂ ਹੋਣਗੀਆਂ, ਗੁਰਮੰਤਰ ਦ੍ਰਿੜ ਕੀਤਾ ਹੋਊਗਾ, ਤਾਂ ਆਪਾਂ ਨੂੰ ਡਰਨ ਦੀ ਲੋੜ ਨਹੀਂ। ਕਿਉਂਕਿ ਸਾਡੇ ਪਿਤਾ ਪ੍ਰਮਾਤਮਾ ਸਾਡੇ ਵੱਲ ਹੈ। ਡਰ ਉਹਨਾਂ ਨੂੰ ਲੱਗਦਾ ਮਰਨ ਤੋਂ ਵਾਹਿਗੁਰੂ ਜੀ, ਜਿਨ੍ਹਾਂ ਨੇ ਪਾਪ ਕੀਤੇ ਹੁੰਦੇ ਹਨ, ਗੁਰਮੰਤਰ ਦ੍ਰਿੜ ਨਹੀਂ ਕੀਤਾ ਹੁੰਦਾ, ਉਸ ਪਿਤਾ ਪ੍ਰਮਾਤਮਾ ਦੇ ਘਰ ਦਾ ਰਸਤਾ ਨਹੀਂ ਦੇਖਿਆ ਹੁੰਦਾ। ਜੋ ਅੱਛੇ ਬੱਚੇ ਹਨ ਵਾਹਿਗੁਰੂ ਜੀ, ਉਹ ਤਾਂ ਆਪਣਾ ਘਰ ਪਹਿਲਾਂ ਹੀ ਦੇਖ ਲੈਂਦੇ ਹਨ ਵਾਹਿਗੁਰੂ ਜੀ। ਵਾਹਿਗੁਰੂ ਜੀ, ਜੇਕਰ ਆਪਾਂ ਉਸ ਪਿਤਾ ਪ੍ਰਮਾਤਮਾ ਦੇ ਘਰ ਨੂੰ ਤੁਰਾਂਗੇ ਨਾ, ਸੱਚੇ ਮਨ ਦੇ ਨਾਲ ਤੁਰਾਂਗੇ, ਤਾਂ ਪ੍ਰਮਾਤਮਾ ਆਪ ਆਉਂਦੇ ਹਨ। ਉਹ ਦੇਖਦੇ ਹਨ ਕਿ ਕਿਤੇ ਮੇਰਾ ਬੱਚਾ ਰਸਤਾ ਭਟਕ ਨਾ ਜਾਵੇ, ਮੇਰਾ ਬੱਚਾ ਗਲਤ ਰਸਤੇ ਨਾ ਭੱਜ ਜੇ। ਪਿਤਾ ਪ੍ਰਮਾਤਮਾ ਆਪਾਂ ਨੂੰ ਰਸਤਾ ਦਿਖਾਉਂਦੇ ਹਨ ਕਿ ਬੱਚਾ ਸਿੱਧਾ ਘਰ ਆਵੇ। ਵਾਹਿਗੁਰੂ ਜੀ, ਜਿਸ ਤਰ੍ਹਾਂ ਆਪਾਂ ਕਿਸੇ ਰਿਸ਼ਤੇਦਾਰੀ ਵਿੱਚ ਜਾਂਦੇ ਹਾਂ ਤਾਂ ਆਪਾਂ ਜਦੋਂ ਪਹਿਲਾਂ ਤੁਰਦੇ ਹਾਂ ਫੋਨ ਕਰ ਦਿੰਦੇ ਹਾਂ ਕਿ ਅਸੀਂ ਆਵਾਂਗੇ, ਪਰ ਉਹ ਆਪਣੀ ਉਡੀਕ ਕਰ ਰਹੇ ਹੁੰਦੇ ਹਨ। ਤੇ ਕਈ ਵਾਰ ਆਪਾਂ ਨੂੰ ਅੱਗੋਂ ਲੈਣ ਵੀ ਆ ਜਾਂਦੇ ਹਨ, ਕਿਤੇ ਇਹ ਘਰ ਨਾ ਭੁੱਲ ਜਾਣ, ਇਹ ਪੁੱਛਦੇ ਫਿਰਨਗੇ ਤਾਂ ਕਿ ਸਿੱਧਾ ਸਾਡੇ ਘਰ ਆ ਸਕਣ। ਰਿਸ਼ਤੇਦਾਰ ਨੂੰ ਇਹ ਹੁੰਦਾ ਨਾ, ਇਸੇ ਤਰ੍ਹਾਂ ਸਾਡੇ ਪਿਤਾ ਪ੍ਰਮਾਤਮਾ ਨੂੰ ਹੁੰਦਾ ਹੈ ਕਿ ਮੇਰਾ ਬੱਚਾ ਹੈ, ਘਰੋਂ ਤੁਰ ਪਿਆ, ਰਸਤਾ ਭਟਕ ਨਾ ਜਾਵੇ, ਇਹ ਸਿੱਧਾ ਘਰ ਆ ਜੇ। ਸੋ ਵਾਹਿਗੁਰੂ ਜੀ, ਸਾਡੇ ਪਿਤਾ ਜੀ ਸਾਡੀ ਪੂਰੀ ਹੈਲਪ ਕਰਦੇ ਨੇ ਕਿ ਮੇਰਾ ਬੱਚਾ ਰਸਤਾ ਨਾ ਭਟਕੇ, ਸਿੱਧਾ ਘਰ ਆ ਜੇ। ਵਾਹਿਗੁਰੂ ਜੀ, ਜੇ ਆਪਾਂ ਆਪਣੇ ਪਿਤਾ ਪ੍ਰਮਾਤਮਾ ਦੇ ਵੱਲ ਇੱਕ ਕਦਮ ਪੁੱਟਾਂਗੇ ਤਾਂ ਸਾਡੇ ਜੋ ਪਿਤਾ ਜੀ ਹਨ, ਕਰੋੜਾਂ ਕਦਮ ਆਪਣੇ ਵੱਲ ਪੁੱਟਦੇ ਹਨ ਵਾਹਿਗੁਰੂ ਜੀ। ਕਿਉਂਕਿ ਉਹ ਸਾਨੂੰ ਬਹੁਤ ਪਿਆਰ ਕਰਦੇ ਹਨ ਵਾਹਿਗੁਰੂ ਜੀ। ਜਦੋਂ ਆਪਾਂ ਆਪਣੇ ਪਿਤਾ ਪ੍ਰਮਾਤਮਾ ਦਾ ਗੁਰਮੰਤਰ ਦ੍ਰਿੜ ਕਰਾਂਗੇ ਤਾਂ ਵਾਹਿਗੁਰੂ ਜੀ, ਜੋ ਮਨ ਹੈ ਨਾ ਬਿਲਕੁਲ ਸ਼ਾਂਤ ਹੋ ਜਾਊਗਾ, ਬਿਲਕੁਲ ਸ਼ੀਤਲ ਹੋ ਜਾਊਗਾ ਵਾਹਿਗੁਰੂ ਜੀ। ਜੋ ਦੁੱਖਾਂ ਦੇ ਪਹਾੜ ਹਨ ਸਭ ਢਹਿ ਢੇਰੀ ਹੋ ਜਾਣਗੇ ਵਾਹਿਗੁਰੂ ਜੀ, ਸਭ ਢਹਿ ਢੇਰੀ। ਜੋ ਆਪਾਂ ਇਸ ਸੰਗਤ ਦੇ ਵਿੱਚ ਬੈਠੇ ਹਾਂ ਨਾ ਵਾਹਿਗੁਰੂ ਜੀ, ਇਹ ਆਪਣੀ ਮਰਜ਼ੀ ਨਹੀਂ ਹੈਗੀ।
ਇਹ ਉਸ ਪਿਤਾ ਪਰਮਾਤਮਾ ਦੇ ਹੁਕਮ ਵਿੱਚ ਚੱਲ ਰਿਹਾ, ਕਿਉਂਕਿ ਉਹ ਪਿਤਾ ਪਰਮਾਤਮਾ ਚਾਹੁੰਦੇ ਹਨ ਕਿ ਮੇਰੇ ਬੱਚਿਆਂ ਨੂੰ ਇਸ ਸੰਗਤ ਦੀ ਜ਼ਰੂਰਤ ਹੈ। ਆਪਾਂ ਨੂੰ ਪਿਆਰ ਕਰਦੇ ਹਨ ਵਾਹਿਗੁਰੂ ਜੀ, ਤਾਂ ਹੀ ਸੰਗਤ ਦੇ ਵਿੱਚ ਬਿਠਾਇਆ ਹੈ। ਵਾਹਿਗੁਰੂ ਜੀ, ਆਪਾਂ ਦੋ ਲੋਕਾਂ ਦੇ ਵਾਸੀ ਹਾਂ, ਦੇਸ ਲੋਕ ਤੇ ਪ੍ਰਲੋਕ ਦੇ। ਵਾਹਿਗੁਰੂ ਜੀ, ਦੋ ਦੇਸਾਂ ਦੇ ਵਾਸੀ ਹਾਂ ਵਾਹਿਗੁਰੂ ਜੀ। ਆਪਾਂ ਲੋਕ ਦੇ ਵਾਸੀ ਹਾਂ ਜਦੋਂ, ਤਾਂ ਸਾਡੇ ਜੋ ਪਿਤਾ ਪਰਮਾਤਮਾ ਹਨ ਨਾ ਵਾਹਿਗੁਰੂ ਜੀ, ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ ਵਾਹਿਗੁਰੂ ਜੀ। ਪਰਲੋਕ ਦੇ ਜੋ ਸਾਡੇ ਗੁਰੂ ਹਨ, ਉਹ ਸ਼ਬਦ ਗੁਰੂ ਹਨ ਵਾਹਿਗੁਰੂ ਜੀ, ਜਿਨ੍ਹਾਂ ਦਾ ਪੱਲਾ ਫੜ ਕੇ ਆਪਾਂ ਸੱਚਖੰਡ ਦੇ ਵਿੱਚ ਜਾਣਾ ਹੈ। ਵਾਹਿਗੁਰੂ ਜੀ, ਆਪਾਂ ਕਿਸੇ ਦੀ ਵੀ ਨਿੰਦਿਆ ਚੁਗਲੀ ਨਹੀਂ ਕਰਨੀ, ਕਿਉਂਕਿ ਜੇਕਰ ਆਪਾਂ ਗੁਰਮੰਤਰ ਵੀ ਦ੍ਰਿੜ ਕਰੀ ਜਾਵਾਂਗੇ ਤੇ ਨਿੰਦਿਆ ਚੁਗਲੀ ਵੀ ਕਰੀ ਜਾਵਾਂਗੇ, ਤਾਂ ਵਾਹਿਗੁਰੂ ਜੀ ਉਹਦਾ ਕੋਈ ਫਾਇਦਾ ਨਹੀਂ, ਸਾਡੀ ਭਗਤੀ ਦਾ ਕੋਈ ਫਾਇਦਾ ਨਹੀਂ। ਆਪਾਂ ਇਹਨਾਂ ਪੰਜਾਂ ਚੋਰਾਂ ਤੋਂ ਪਾਸਾ ਵੱਟ ਕੇ ਰੱਖਣਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਸਾਰਿਆਂ ਤੋਂ ਪਾਸਾ ਵੱਟਣਾ ਵਾਹਿਗੁਰੂ ਜੀ। ਆਪਾਂ ਨੇ ਨਿੰਦਕ ਤੋਂ ਦੂਰ ਰਹਿਣਾ ਹੈ, ਕਿਉਂਕਿ ਜੇਕਰ ਆਪਾਂ ਘੰਟਾ 2 ਘੰਟੇ ਸਿਮਰਨ ਕੀਤਾ, ਫਿਰ ਆਪਾਂ ਨਿੰਦਕ ਦੇ ਨਾਲ ਨਿੰਦਿਆ ਕਰਨ ਲੱਗ ਗਏ, ਤਾਂ ਵਾਹਿਗੁਰੂ ਜੀ ਆਪਾਂ ਉੱਥੇ ਹੀ ਖੜੇ ਹਾਂ। ਇੱਕ ਕਦਮ ਅੱਗੇ ਇੱਕ ਕਦਮ ਪਿੱਛੇ, ਆਪਾਂ ਉੱਥੇ ਹੀ ਖੜੇ ਹਾਂ। ਸਿਮਰਨ ਕਰਕੇ ਆਪਾਂ ਇੱਕ ਕਦਮ ਅੱਗੇ ਚੱਲਦੇ ਹਾਂ, ਨਿੰਦਿਆ ਕਰਕੇ ਉਹੀ ਇੱਕ ਕਦਮ ਆਪਾਂ ਵਾਪਸ ਆ ਜਾਂਦੇ ਹਾਂ। ਆਪਾਂ ਤਾਂ ਉਸੇ ਜਗ੍ਹਾ ਤੇ ਹੀ ਖੜੇ ਹਾਂ ਵਾਹਿਗੁਰੂ ਜੀ। ਆਪਣੀ ਜੋ ਸੇਵਾ ਹੈ ਉਹ ਸਾਰੀ ਨਿਫਲ ਹੋ ਜਾਣੀ ਹੈ। ਗੁਰਬਾਣੀ ਗੁਰੂ ਫਰਮਾਨ ਕਰਦੇ ਹਨ, ਕਾਮ ਨਾ ਵਿਸਰਿਓ ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੁੱਟੀ, ਨਿਫਲ ਭਈ ਸਭ ਸੇਵਾ। ਵਾਹਿਗੁਰੂ ਜੀ, ਆਪਣੀ ਜੋ ਸੇਵਾ ਹੈ ਉਹ ਸਾਰੀ ਨਿਫਲ ਹੋ ਜਾਣੀ ਹੈ। ਜੇਕਰ ਆਪਣੀ ਕੋਈ ਨਿੰਦਿਆ ਕਰਦਾ ਹੈ ਵਾਹਿਗੁਰੂ ਜੀ, ਤਾਂ ਨਿੰਦਿਆ ਕਰੀ ਜਾਣ ਦੇ, ਕੋਈ ਗੱਲ ਨਹੀਂ। ਨਿੰਦਕ ਨੇ ਡੁੱਬ ਜਾਣਾ ਹੈ ਤੇ ਆਪਾਂ ਨੇ ਤਰ ਜਾਣਾ ਵਾਹਿਗੁਰੂ ਜੀ। ਜੋ ਆਪਾਂ ਵਾਹਿਗੁਰੂ ਜੀ ਇਸ ਦ੍ਰਿਸ਼ਟਮਾਨ ਸੰਸਾਰ ਦੇ ਵਿੱਚ ਇੰਨੇ ਕੰਮਾਂ ਕਾਰਾਂ ਦੇ ਵਿੱਚ ਲੱਗੇ ਹੋਏ ਹਾਂ, ਇੰਨਾ ਕੁਟੰਬ ਆਪਾਂ ਨੇ ਪਾਲ ਰੱਖਿਆ ਹੈ ਕਿ ਮੈਂ ਇਹ ਵੀ ਕਰ ਲਾਂ ਉਹ ਵੀ ਕਰ ਲਾਂ, ਆਪਣੇ ਪੁੱਤਰਾਂ ਲਈ ਧੀਆਂ ਲਈ, ਉਹ ਸਾਰਾ ਕੁਛ ਵਾਹਿਗੁਰੂ ਜੀ ਆਪਣੇ ਨਾਲ ਨਹੀਂ ਜਾਣਾ। ਭਾਈ ਸਾਹਿਬ ਜੀ ਸਾਨੂੰ ਹਰ ਰੋਜ਼ ਸਮਝਾਉਂਦੇ ਹਨ ਕਿ ਆਪਾਂ ਨੇ ਤਾਂ ਜੋ ਆਪਣਾ ਅਸਲੀ ਮਕਸਦ ਹੈ ਉਹ ਪਿਤਾ ਪਰਮਾਤਮਾ ਦੇ ਨਾਲ ਪਿਆਰ ਪਾਉਣਾ ਹੈ ਵਾਹਿਗੁਰੂ ਜੀ। ਆਪਣੇ ਨਾਲ ਨਾ ਮਾਤਾ ਨੇ ਜਾਣਾ, ਨਾ ਪਿਤਾ ਨੇ, ਨਾ ਘਰ ਵਾਲੀ ਨੇ, ਨਾ ਬੱਚਿਆਂ ਨੇ, ਕਿਸੇ ਨੇ ਆਪਣੇ ਨਾਲ ਨਹੀਂ ਜਾਣਾ। ਆਪਣੇ ਨਾਲ ਸਾਡੇ ਪਿਤਾ ਪਰਮਾਤਮਾ ਦੇ ਪਿਆਰ ਨੇ ਜਾਣਾ, ਉਸ ਨਾਮ ਨੇ ਜਾਣਾ ਵਾਹਿਗੁਰੂ ਜੀ। ਗੁਰਬਾਣੀ ਗੁਰੂ ਫਰਮਾਨ ਕਰਦੇ ਹਨ, ਮਾਤ ਪਿਤਾ ਸੁਤ ਮੀਤ ਨ ਪਾਈ, ਮਨ ਇਹਾ ਨਾਮ ਤੇਰੇ ਸੰਗ ਸਹਾਈ। ਜੋ ਨਾਮ ਹੈ ਉਹੀ ਸਾਡੇ ਨਾਲ ਜਾਣਾ ਹੈ ਵਾਹਿਗੁਰੂ ਜੀ। ਜੋ ਨਾਮ ਹੈ ਦੁੱਖਾਂ ਦੀ ਦਾਰੂ ਹੈ, ਸਿਮਰਨ ਕਰਨ ਦੇ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਵਾਹਿਗੁਰੂ ਜੀ। ਵਾਹਿਗੁਰੂ ਜੀ, ਆਪਾਂ ਜਦੋਂ ਵੀ ਸਿਮਰਨ ਕਰਨਾ ਹੈ, ਨੇਤਰ ਬੰਦ ਕਰਨੇ ਹਨ, ਕਿਉਂਕਿ ਜੇਕਰ ਆਪਾਂ ਨੇਤਰ ਬੰਦ ਨਹੀਂ ਕਰਾਂਗੇ ਤਾਂ ਆਪਣੇ ਨੇਤਰਾਂ ਨੂੰ ਇੱਧਰ ਉੱਧਰ ਦੇਖਣ ਦੀ ਆਦਤ ਬਣ ਚੁੱਕੀ ਹੈ। ਕਿਉਂਕਿ ਜੋ ਮਨ ਹੈ ਉਹ ਸਾਡੇ ਨੇਤਰਾਂ ਦੇ ਵਿੱਚ ਵਿਰਾਜਮਾਨ ਹੈ। ਜੇਕਰ ਆਪਾਂ ਨੇਤਰ ਬੰਦ ਰੱਖਾਂਗੇ ਤਾਂ ਕੁਛ ਹੱਦ ਤੱਕ ਕੰਟਰੋਲ ਹੋ ਜਾਊਗਾ ਵਾਹਿਗੁਰੂ ਜੀ। ਜਦੋਂ ਆਪਾਂ ਗੁਰਮੰਤਰ ਦ੍ਰਿੜ ਕਰਾਂਗੇ, ਨੇਤਰ ਬਿਲਕੁਲ ਹਲਕੇ ਬੰਦ ਕਰਨੇ ਨੇ, ਦੱਬ ਕੇ ਬੰਦ ਨਹੀਂ ਕਰਨੇ, ਖੋਲ ਕੇ ਵੀ ਨਹੀਂ ਰੱਖਣੇ। ਤਾਂ ਨੇਤਰ ਬੰਦ ਕਰਾਂਗੇ ਨਾ ਵਾਹਿਗੁਰੂ ਜੀ, ਸਾਨੂੰ ਇੱਕ ਨਾ ਇੱਕ ਦਿਨ ਸਾਡੇ ਜੋ ਜਾਲ ਹੈ ਮਨ ਦੇ ਵਿੱਚ ਵਿਕਾਰਾਂ ਦਾ, ਉਹ ਕੱਟਿਆ ਜਾਊਗਾ ਤੇ ਬੰਦ ਨੇਤਰਾਂ ਦੇ ਵਿੱਚ ਸਾਨੂੰ ਸਾਡੇ ਪਿਤਾ ਪਰਮਾਤਮਾ ਦਰਸ਼ਨ ਦੇਣਗੇ ਵਾਹਿਗੁਰੂ ਜੀ।
ਜਦੋਂ ਆਪਾਂ ਦਰਸ਼ਨ ਕਰਾਂਗੇ ਤਾਂ ਮਨ ਰੂਪੀ ਜੋ ਜੋਤ ਹੈ ਤਾਂ ਉਸ ਪਿਤਾ ਪਰਮਾਤਮਾ ਦੇ ਨਾਲ ਮਿਲਾਪ ਕਰ ਜੂਗੀ। ਜਦੋਂ ਆਪਣਾ ਮਨ ਬਿਲਕੁਲ ਨਿਰਮਲ ਹੋ ਜਾਊਗਾ, ਬਿਲਕੁਲ ਸੁੱਚਾ ਹੋ ਜਾਊਗਾ। ਵਾਹਿਗੁਰੂ ਜੀ, ਵਾਹਿਗੁਰੂ ਜੀ। ਜਦੋਂ ਵੀ ਆਪਾਂ ਗੁਰਮੰਤਰ ਦ੍ਰਿੜ ਕਰਦੇ ਹਾਂ, ਜੋ ਆਪਾਂ ਬੋਲਦੇ ਹਾਂ ਉਹ ਸੁਣਨਾ ਵਾਹਿਗੁਰੂ ਜੀ ਆਪਾਂ ਨੇ। ਵਾਹਿਗੁਰੂ ਜੀ, ਜਿਵੇਂ ਕਿ ਆਪਾਂ ਵਾਹਿ ਕਹਿੰਦੇ ਹਾਂ, ਸੁੰਨ ਘਾਟ ਚੋਂ ਚੱਲਦੇ ਹਾਂ, ਨਾਭ ਘਾਟ ਤੱਕ ਜਾਂਦੇ ਹਾਂ, ਉਸ ਤੋਂ ਬਾਅਦ ਆਪਾਂ ਵਾਹਿਗੁਰੂ ਕਹਿੰਦੇ ਹਾਂ ਤਾਂ ਵਾਪਸ ਆਉਂਦੇ ਹਾਂ। ਵਾਹਿਗੁਰੂ ਜੀ, ਸੁੰਨ ਘਾਟ ਤੋਂ ਨਾਭ ਘਾਟ ਤੱਕ ਦਾ ਜੋ ਰਸਤਾ ਹੈ, ਜਦੋਂ ਆਪਾਂ ਗੁਰਮੰਤਰ ਦ੍ਰਿੜ ਕਰਦੇ ਹਾਂ ਤਾਂ ਇੱਕ ਮਤਲਬ ਕਿ ਇਹ ਜਹਾਜ਼ ਹੈ, ਜੋ ਕਹਿੰਦੇ ਹਨ ਨਾ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ। ਜਦੋਂ ਆਪਾਂ ਸੁੰਨ ਘਾਟ ਤੋਂ ਚੱਲਦੇ ਹਾਂ, ਆਪਾਂ ਉਸ ਜਹਾਜ਼ ਦੇ ਵਿੱਚ ਬੈਠਣਾ, ਤਾਂ ਹੀ ਆਪਾਂ ਭਵ ਸਾਗਰ ਪਾਰ ਕਰ ਜਾਵਾਂਗੇ। ਜੇਕਰ ਆਪਾਂ ਫੁਰਨੇ ਲੈਂਦੇ ਹਾਂ ਵਾਹਿਗੁਰੂ ਜੀ, ਤਾਂ ਆਪਾਂ ਰਸਤੇ ਦੇ ਵਿੱਚ ਹੀ ਰਹਿ ਜਾਣਾ, ਆਪਾਂ ਉਹ ਪਾਰ ਨਹੀਂ ਕਰ ਸਕਦੇ। ਵਾਹਿਗੁਰੂ ਜੀ, ਹੁਣ ਤਾਂ ਜੋ ਭਾਈ ਸਾਹਿਬ ਭਾਈ ਤਰਮਾਲਾ ਜੀ ਹਨ, ਉਹਨਾਂ ਨੇ ਆਪਾਂ ਨੂੰ ਇੰਨੀ ਸੌਖੀ ਵਿਧੀ ਦੱਸ ਦਿੱਤੀ ਹੈ ਉਸ ਪਿਤਾ ਪਰਮਾਤਮਾ ਦੇ ਨਾਲ ਮਿਲਾਪ ਕਰਨ ਦੀ। ਸਾਨੂੰ ਗੁਰਬਾਣੀ ਪੜ੍ਹ ਕੇ ਜ਼ਿਆਦਾ ਗਿਆਨ ਲੈਣ ਦੀ ਜ਼ਰੂਰਤ ਹੀ ਨਹੀਂ ਪੈਂਦੀ, ਕਿਉਂਕਿ ਸਾਨੂੰ ਉਹਨਾਂ ਨੇ ਸਾਰਾ ਖੋਲ ਕੇ ਦੱਸ ਦਿੱਤਾ ਕਿ ਗੁਰਬਾਣੀ ਸਾਰਾ ਇਹੀ ਗੁਰਬਾਣੀ ਕਹਿੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਪਿਤਾ ਜੀ ਇਹੀ ਕਹਿੰਦੇ ਹਨ ਕਿ ਗੁਰਮੰਤਰ ਦ੍ਰਿੜ ਕਰੋ, ਗੁਰਮੰਤਰ ਨੇ ਹੀ ਸਾਨੂੰ ਪਾਰ ਲੰਘਾਉਣਾ ਹੈ। ਗੁਰਬਾਣੀ ਗਿਆਨ ਦਿੰਦੀ ਹੈ ਕਿ ਆਪਾਂ ਕਿਸ ਤਰ੍ਹਾਂ ਨਾਮ ਜਪਣਾ ਹੈ, ਪਰ ਹੁਕਮ ਦੇ ਰਹੀ ਹੈ ਗੁਰਬਾਣੀ ਕਿ ਤੂੰ ਬੱਚਿਆ ਇਸ ਤਰ੍ਹਾਂ ਕਰ, ਪਰ ਆਪਾਂ ਕਰ ਨਹੀਂ ਰਹੇ। ਆਪਾਂ ਸੁਣ ਲੈਂਦੇ ਹਾਂ ਗੁਰੂ ਨੂੰ, ਗੁਰਬਾਣੀ ਨੂੰ ਆਪਾਂ ਸੁਣ ਲੈਂਦੇ ਹਾਂ ਕਿ ਸਾਡੀ ਗੁਰਬਾਣੀ, ਸਾਡੇ ਪਿਤਾ ਸਾਨੂੰ ਇਹ ਕਹਿ ਰਹੇ ਹਨ, ਪਰ ਆਪਾਂ ਮੰਨਦੇ ਨਹੀਂ ਵਾਹਿਗੁਰੂ ਜੀ। ਜਿੰਨਾ ਚਿਰ ਆਪਾਂ ਉਸ ਪਿਤਾ ਪਰਮਾਤਮਾ ਦੀਆਂ ਗੱਲਾਂ ਤੇ ਅਮਲ ਨਹੀਂ ਕਰਾਂਗੇ ਤਾਂ ਉਹਦਾ ਪੜ੍ਹਨ ਦਾ ਵੀ ਕੋਈ ਫਾਇਦਾ ਨਹੀਂ। ਸਾਡੇ ਭਾਈ ਸਾਹਿਬ ਜੋ ਸਾਡੇ ਟੀਚਰ ਸਾਹਿਬਾਨ ਹਨ ਵਾਹਿਗੁਰੂ ਜੀ, ਉਹ ਆਪਾਂ ਨੂੰ ਹਰ ਰੋਜ਼ ਸਮਝਾਉਂਦੇ ਹਨ ਕਿ ਗੁਰਮੰਤਰ ਦ੍ਰਿੜ ਕਰੋ, ਗੁਰਮੰਤਰ ਦ੍ਰਿੜ ਕਰੋ, ਸਾਸ ਗਰਾਸ ਗੁਰਮੰਤਰ ਦ੍ਰਿੜ ਕਰੋ। ਵਾਹਿਗੁਰੂ ਜੀ, ਜੇਕਰ ਆਪਾਂ ਆਪਣੇ ਪਿਤਾ ਪਰਮਾਤਮਾ ਦੇ ਨਾਲ ਮਿਲਾਪ ਕਰਨਾ ਹੈ, ਉਸ ਪਿਤਾ ਪਰਮਾਤਮਾ ਦੇ ਅੱਛੇ ਬੱਚੇ ਬਣਨਾ ਹੈ, ਬਿਲਕੁਲ ਨਿਰਮਲ, ਤਾਂ ਆਪਾਂ ਨੂੰ ਗੁਰਮੰਤਰ ਦ੍ਰਿੜ ਕਰਨਾ ਪੈਣਾ। ਵਾਹਿਗੁਰੂ ਜੀ, ਮਨ ਨੂੰ ਮਾਰਨਾ ਪੈਣਾ, ਮਨ ਨੂੰ ਗੁਰਮੰਤਰ ਦੇ ਦੁਆਰਾ ਮਜਬੂਰ ਕਰਨਾ ਹੈ ਬੈਠਣ ਦੇ ਲਈ। ਇਸ ਮਨ ਨੂੰ ਵਿਸ਼ੇ ਵਿਕਾਰਾਂ ਤੋਂ ਆਪਾਂ ਨੇ ਰੋਕਣਾ। ਵਾਹਿਗੁਰੂ ਜੀ, ਇਹ ਮਨ ਹੈ ਨਾ ਵਾਹਿਗੁਰੂ ਜੀ, ਬਹੁਤ ਚੰਚਲ ਹੈ। ਜੇਕਰ ਕਿਤੇ ਕੋਈ ਬੁਰਾ ਕੰਮ ਹੋ ਰਿਹਾ ਹੋਵੇ, ਕਿਸੇ ਦੇ ਲੜਾਈ ਹੋ ਰਹੀ ਹੋਵੇ, ਝਗੜਾ ਹੋ ਰਿਹਾ ਹੋਵੇ, ਤਾਂ ਮਨ ਦੇ ਵਿੱਚ ਉਹਦੀ ਫੁਰਨਾ ਬਣੂ ਕਿ ਆਪਾਂ ਸੁਣੀਏ ਕਿ ਕੀ ਹੋ ਰਿਹਾ ਹੈ। ਜੇਕਰ ਪਿਤਾ ਪਰਮਾਤਮਾ ਦੇ ਘਰ ਦੀ ਕੋਈ ਗੱਲ ਹੋ ਰਹੀ ਹੋਵੇ ਨਾ ਵਾਹਿਗੁਰੂ ਜੀ, ਤਾਂ ਆਪਾਂ ਨੂੰ ਆਪਣੇ ਕੰਮ ਚੇਤੇ ਆ ਜਾਂਦੇ ਨੇ ਕਿ ਕੋਈ ਗੱਲ ਨਹੀਂ, ਫਿਰ ਦੇਖਾਂਗੇ, ਹੁਣ ਤਾਂ ਕੰਮ ਕਰਦੇ ਆ। ਵਾਹਿਗੁਰੂ ਜੀ, ਜੇਕਰ ਆਪਾਂ ਨਾ ਕਿਸੇ ਨੂੰ ਨਾਮ ਜਪਣ ਲਈ ਵੀ ਕਹਾਂਗੇ, ਗੁਰਮੰਤਰ ਦ੍ਰਿੜ ਕਰਨ ਦੇ ਲਈ ਵੀ ਕਹਾਂਗੇ, ਜਿੰਨਾ ਕੁ ਗਿਆਨ ਆਪਾਂ ਨੂੰ ਹੈਗਾ ਉਹਨੂੰ ਵੰਡਾਂਗੇ, ਤਾਂ ਵਾਹਿਗੁਰੂ ਜੀ ਕਈ ਵਾਰ ਤਾਂ ਦੂਸਰਾ ਪਰਸਨ ਕਹਿ ਦਿੰਦਾ ਹੈ ਕਿ ਕੋਈ ਗੱਲ ਨਹੀਂ, ਹਲੇ ਤਾਂ ਬਹੁਤ ਟਾਈਮ ਪਿਆ, ਫਿਰ ਗੁਰਮੰਤਰ ਦ੍ਰਿੜ ਕਰ ਲਾਂਗੇ, ਫਿਰ ਰੱਬ ਨੂੰ ਯਾਦ ਕਰ ਲਾਂਗੇ। ਵਾਹਿਗੁਰੂ ਜੀ, ਭਰੋਸਾ ਤਾਂ ਆਪਾਂ ਨੂੰ ਇੱਕ ਸਵਾਸ ਦਾ ਨਹੀਂ, ਕੀ ਪਤਾ ਆਪਾਂ ਨੇ ਇੱਥੇ ਕਦੋਂ ਚਲੇ ਜਾਣਾ ਹੈ। ਵਾਹਿਗੁਰੂ ਜੀ, ਆਪਾਂ ਜ਼ਿਆਦਾ ਸਮਾਂ ਨਾ ਗਵਾਈਏ, ਆਪਾਂ ਉਸ ਪਿਤਾ ਪਰਮਾਤਮਾ ਦੇ ਨਾਲ ਮਿਲਾਪ ਕਰੀਏ, ਉਸ ਪਿਤਾ ਪਰਮਾਤਮਾ ਦਾ ਨਾਮ ਧਿਆਈਏ। ਵਾਹਿਗੁਰੂ ਜੀ, ਵਾਹਿਗੁਰੂ ਜੀ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਜੇਕਰ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਆਪ ਜੀ ਮਾਫ਼ ਕਰ ਦੇਣਾ। ਆਪ ਜੀ ਰੱਬ ਰੂਪ ਸੰਗਤ ਮਾਫ਼ ਕਰਨਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਆਪ ਰੱਬ ਰੂਪ ਸੰਗਤ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।